ਲੋਕੀ ਆਉਂਦੇ ਨੇ ਬਿਮਾਰੀ ਲੈ ਕੇ ਤੇ ਕੁਝ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਮਾਈਗ੍ਰੇਨ ਹੈ ਜਾਂ ਉਹਨਾਂ ਨੂੰ ਸਰਵਾਈਕਲ ਹੈ। ਸਰਵਾਈਕਲ ਔਰ ਮਾਈਗ੍ਰੇਨ 'ਚ ਕੋਈ ਖਾਸ ਅੰਤਰ ਨਹੀਂ ਰਹਿ ਜਾਂਦਾ। ਇਹ ਬਹੁਤ ਹੀ ਜਿਵੇਂ ਭਰਾ ਭੈਣ ਵਾਲਾ ਸਿਸਟਮ ਹੈ ਕਿ ਜਦੋਂ ਇਹ ਕੁਝ ਲੱਛਣ ਵੱਧਦੇ ਨੇ ਸਰਵਾਈਕਲ ਦੇ ਤਾਂ ਉਹ ਮਾਈਗ੍ਰੇਨ ਕਨਵਰਟ ਹੋ ਜਾਂਦਾ ਹੈ। ਸਰਵਾਈਕਲ ਸ਼ਾਇਦ ਨੀਚੇ ਇੱਕ ਬਲਾਰਿਸ਼ ਦੇ ਮੈਂਸ਼ਨ ਵੀ ਕਰ ਦੇਣ। ਇਹ ਸਰਵਾਈਕਲ ਦੀ ਬਹੁਤ ਵਧੀਆ ਦਵਾਈ ਹੈ। ਆਉਣ ਵਾਲੇ ਟਾਈਮ 'ਚ सत श्री अकाल जी, मैं हाँ हरजोत कौर ते तुसी देख रहे हो महा पंजाब। सो हर डॉक्टर साहब तुहाडा एक बार फिर महा पंजाब ते स्वागत है। ਸਤਿ ਸ੍ਰੀ ਅਕਾਲ ਜੀ। ਮਹਾ ਪੰਜਾਬ ਦੇ ਦਰਸ਼ਕਾਂ ਨੂੰ ਵੀ ਸਤਿ ਸ੍ਰੀ ਅਕਾਲ। ਮੈਂ ਆਪਣੇ ਵੱਲੋਂ ਬਹੁਤ ਕੋਸ਼ਿਸ਼ ਕਰ ਰਿਹਾ ਕਿ ਜਿੰਨਾ ਹੋ ਸਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਰਵਾਂ ਔਰ ਤੁਹਾਡੀਆਂ ਜੋ ਵੀ ਇੱਕ ਇਨਕੁਆਇਰੀ ਆ ਰਹੀਆਂ ਨੇ ਡਿਜ਼ੀਜ਼ ਬਾਰੇ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕਰਾਂ। ਤੇ ਅੱਜ ਵੀ ਆਪਾਂ ਇਸੇ ਹੀ ਸ਼੍ਰੰਖਲਾ 'ਚ ਕੁਝ ਹੋਰ ਜੋੜਨ ਦੀ ਕੋਸ਼ਿਸ਼ ਕਰਾਂਗੇ। ਸੋ ਅੱਜ ਦਾ ਸਾਡਾ ਮੇਨ ਟੌਪਿਕ ਹੈ ਸਰਵਾਈਕਲ। ਸੋ ਡਾਕਟਰ ਸਰ, ਸਰਵਾਈਕਲ ਕੀ ਹੈ ਤੇ ਇਸ ਦੇ ਲੱਛਣ ਕੀ ਹਨ? ਹਾਂਜੀ ਮੈਡਮ, ਸਰਵਾਈਕਲ ਅੱਜ ਕੱਲ੍ਹ ਬਹੁਤ ਹੀ ਆਮ ਹੋਰ ਹੁੰਦਾ ਜਾ ਰਿਹਾ ਹੈ। ਜਿਵੇਂ ਆਪਾਂ ਪਿਛਲੀਆਂ ਵੀਡੀਓ 'ਚ ਗੱਲ ਕੀਤੀ ਜੋੜਾਂ ਦੇ ਦਰਦਾਂ ਬਾਰੇ, ਇੱਦਾਂ ਹੀ ਇਹ ਸਰਵਾਈਕਲ ਵੀ ਇੱਕ ਜੋੜਾਂ ਦਾ ਦਰਦ ਹੀ ਹੈ। ਬਸ ਇਹ ਕਿ ਇਹ ਲੱਤਾਂ 'ਚ ਨਾ ਹੋ ਕੇ ਗਰਦਨ 'ਚ ਔਰ ਇਹਦਾ ਕੁਝ ਹਿੱਸਾ ਬਾਹਾਂ 'ਚ ਵੀ ਜਾਂਦਾ ਹੈ। ਸਰਵਾਈਕਲ ਇੱਕ ਲਾਈਫਸਟਾਈਲ ਡਿਸਆਰਡਰ ਕ੍ਰੀਏਟ ਹੋ ਚੁੱਕਾ ਹੈ। ਲਾਈਫਸਟਾਈਲ ਡਿਸਆਰਡਰ ਦਾ ਕਹਿਣ ਦਾ ਮਤਲਬ ਇਹ ਹੈ ਕਿ ਇਹ ਆਪਣੀ ਰੋਜ਼ ਜੋ ਆਪਾਂ ਰਹਿਣ ਸਹਿਣ ਕਰ ਰਹੇ ਹਾਂ ਉਹਦੇ 'ਚ ਆਪਾਂ ਕੁਝ ਐਸੀਆਂ ਚੀਜ਼ਾਂ ਕਰ ਰਹੇ ਹਾਂ ਜਿਵੇਂ ਸੀਟਿੰਗ, ਲੌਂਗ ਸੀਟਿੰਗ ਕਰ ਰਹੇ ਹਾਂ, ਕੰਪਿਊਟਰ ਅੱਗੇ ਬੈਠਦੇ ਹਾਂ, ਮੋਬਾਈਲ ਚਲਾਉਂਦੇ ਹਾਂ, ਤੇ ਉਹਦੀ ਵਜ੍ਹਾ ਕਰਕੇ ਇਹ ਜ਼ਿਆਦਾ ਪ੍ਰੋਬਲਮ ਅੱਜ ਦੀ ਡੇਟ 'ਚ ਆ ਰਹੀ ਹੈ। ਸੋ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਸਰਵਾਈਕਲ ਜਿਸ ਕਰਕੇ ਪ੍ਰੋਬਲਮ ਆਉਂਦੀ ਹੈ, ਸਰ ਜਿਸ ਤਰ੍ਹਾਂ ਇੱਕ ਮਾਈਗ੍ਰੇਨ ਤੇ ਸਰਵਾਈਕਲ ਦੋਨਾਂ ਵਿੱਚ ਕੀ ਅੰਤਰ ਹੈ? ਹਾਂਜੀ, ਬਹੁਤ ਵਧੀਆ ਕੁਐਸਚਨ ਹੈ ਜੀ, ਕਿਉਂਕਿ ਆਮ ਤੌਰ ਤੇ ਜਦੋਂ ਸਾਡੇ ਕੋਲ ਲੋਕੀ ਆਉਂਦੇ ਨੇ ਬਿਮਾਰੀ ਲੈ ਕੇ ਤੇ ਕੁਝ ਕਈਆਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਨੂੰ ਮਾਈਗ੍ਰੇਨ ਹੈ ਜਾਂ ਉਹਨਾਂ ਨੂੰ ਸਰਵਾਈਕਲ ਹੈ। ਸਰਵਾਈਕਲ ਔਰ ਮਾਈਗ੍ਰੇਨ 'ਚ ਕੋਈ ਖਾਸ ਅੰਤਰ ਨਹੀਂ ਰਹਿ ਜਾਂਦਾ। ਇਹ ਬਹੁਤ ਹੀ ਜਿਵੇਂ ਭਰਾ ਭੈਣ ਵਾਲਾ ਸਿਸਟਮ ਹੈ ਕਿ ਜਦੋਂ ਇਹ ਕੁਝ ਲੱਛਣ ਵੱਧਦੇ ਨੇ ਸਰਵਾਈਕਲ ਦੇ ਤਾਂ ਉਹ ਮਾਈਗ੍ਰੇਨ ਕਨਵਰਟ ਹੋ ਜਾਂਦਾ ਹੈ। ਸਰਵਾਈਕਲ ਇੱਕ ਹੱਡੀ ਦਾ ਰੋਗ ਜਾਂ ਮਾਸਪੇਸ਼ੀਆਂ ਦੀ ਸੋਜ ਕਰਕੇ ਹੱਡੀ ਦਾ ਰੋਗ ਗਿਣਿਆ ਜਾਂਦਾ ਹੈ। ਸ਼ੁਰੂਆਤੀ ਲੱਛਣ ਇਹਦੇ ਇਹ ਹੁੰਦੇ ਨੇ ਕਿ ਇਹਦੇ 'ਚ ਸਿਰਫ ਗਰਦਨ 'ਚ ਦਰਦ ਹੁੰਦੀ ਹੈ, ਸਟਿਫਨੈਸ ਆਉਂਦੀ ਹੈ, ਕਦੀ ਕਦੀ ਤੁਹਾਨੂੰ ਚਿੜਚਿੜਾਪਨ ਵੀ ਮਹਿਸੂਸ ਹੁੰਦਾ ਹੈ। ਕਈਆਂ ਨੂੰ ਅੱਖਾਂ ਦੀ ਰੋਸ਼ਨੀ ਦਾ ਵੀ ਫਰਕ ਦਿਖਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਜਿਵੇਂ ਟਾਈਮ ਨਿਕਲਦਾ ਹੈ ਇਹਦੇ ਲੱਛਣ ਵੱਧਦੇ ਜਾਂਦੇ ਨੇ। ਹੱਥਾਂ 'ਚ ਸੁੰਨਪਨ, ਹੱਥਾਂ 'ਚ ਕਮਜ਼ੋਰੀ, ਕੰਮ ਕਰਨ 'ਚ ਮਨ ਨਾ ਲੱਗਣਾ। ਹੋਰ ਲੱਛਣ ਐਡਵਾਂਸ 'ਚ ਕੀ ਹੈ ਕਿ ਤੁਹਾਨੂੰ ਵੋਮਿਟਿੰਗ ਦੀ ਫੀਲਿੰਗ ਆ ਜਾਂਦੀ ਹੈ, ਜਿੱਥੇ ਇਹਦੇ ਐਸਿਡਿਟੀ ਦੇ ਵਰਗਾ ਵੀ ਲੱਛਣ ਨਜ਼ਰ ਆਉਣੇ ਸ਼ੁਰੂ ਹੋ ਜਾਂਦੇ ਨੇ। ਮਾਈਗ੍ਰੇਨ 'ਚ ਜਿਵੇਂ ਆਪਾਂ ਨੂੰ ਦੇਖਣ ਨੂੰ ਮਿਲਦਾ ਕਿ ਸਿਰ 'ਚ ਦਰਦ ਰਹਿੰਦਾ, ਮਾਈਗ੍ਰੇਨ ਤੇ ਇਹਦੇ 'ਚ ਫਰਕ ਕੀ ਰਹਿ ਜਾਂਦਾ ਕਿ ਮਾਈਗ੍ਰੇਨ 'ਚ ਸਿਰਫ ਸਿਰ 'ਚ ਦਰਦ ਮਿਲਦਾ ਹੈ ਔਰ ਵੋਮਿਟਿੰਗ ਉਹਦੇ 'ਚ ਵੀ ਆਉਂਦੀ ਹੈ, ਇਹਦੇ 'ਚ ਵੀ ਆਉਂਦੀ ਹੈ। ਸਰਵਾਈਕਲ ਔਰ ਮਾਈਗ੍ਰੇਨ ਦਾ ਫਰਕ ਸਿਰਫ ਬਾਹਾਂ 'ਚ ਦਰਦ ਆਉਣਾ ਔਰ ਸੁੰਨਪਨ ਆਉਣਾ, ਇਹੀ ਫਰਕ ਰਹਿ ਜਾਂਦਾ ਹੈ। ਸਰਵਾਈਕਲ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਸਰਵਾਈਕਲ ਦੇ ਲੱਛਣ ਉਹ ਥੋੜ੍ਹਾ ਮੈਂ ਕੋਸ਼ਿਸ਼ ਕਰਾਂਗਾ ਕਿ ਤੁਹਾਨੂੰ ਹੋਰ ਡਿਟੇਲ ਨਾਲ ਦੱਸ ਸਕਾਂ। ਸਰਵਾਈਕਲ 'ਚ ਹੱਥ ਪੈਰ ਸੁੰਨ ਹੋਣਾ। ਸੁੰਨ ਕਿਉਂ ਹੁੰਦੇ ਨੇ? ਕਿਉਂਕਿ ਗਰਦਨ ਦੇ ਵਿੱਚ ਨਸਾਂ ਹੁੰਦੀਆਂ ਨੇ ਜਿਹੜੀਆਂ ਬਾਹਾਂ ਤੱਕ ਆਉਂਦੀਆਂ ਨੇ, ਉਹ ਹੌਲੀ ਹੌਲੀ ਟਾਈਮ ਦੇ ਨਾਲ ਆਪਣੀ ਉਮਰ ਦੇ ਨਾਲ ਆਪਣਾ ਸੀਟਿੰਗ, ਜਿਵੇਂ ਆਪਾਂ ਲੰਬੀ ਸੀਟਿੰਗ ਕਰਦੇ ਹਾਂ ਨਾ ਤਾਂ ਉਹਨਾਂ 'ਚ ਦਬਾਅ ਪੈਂਦਾ ਅਤੇ ਹੱਥਾਂ 'ਚ ਸੁੰਨਪਨ ਆਉਣਾ, ਹੱਥਾਂ 'ਚ ਦਰਦ ਆਉਣਾ। ਕਿਸੇ ਨੂੰ ਤਾਂ ਇੱਥੋਂ ਤੱਕ ਦਿੱਕਤ ਆ ਜਾਂਦੀ ਕਿ ਕੋਈ ਪੈਨ ਵੀ ਨਹੀਂ ਹੋਲਡ ਕਰ ਸਕਦਾ। ਜੇ ਕੋਈ ਲਿਖਦਾ ਹੈ ਤਾਂ ਉਹਨੂੰ ਲਿਖਣ 'ਚ ਦਿੱਕਤ ਆ ਜਾਂਦੀ ਹੈ। ਇੱਦਾਂ ਹੀ ਸਰਵਾਈਕਲ ਦੇ ਨਾਲ ਨਾਲ ਹੋਰ ਇਹਦੇ 'ਚ ਵੋਮਿਟਿੰਗ ਦੀ ਫੀਲਿੰਗ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ। ਸਰਵਾਈਕਲ ਬਾਰੇ ਹੋਰ ਅਗਰ ਆਪਾਂ ਡਿਟੇਲ 'ਚ ਗੱਲ ਕਰੀਏ ਤਾਂ ਸਰਵਾਈਕਲ ਨਾਲ ਤੁਹਾਨੂੰ ਮਾਈਗ੍ਰੇਨ ਤੱਕ ਦੀ ਨੌਬਤ, ਜਿਵੇਂ ਪਹਿਲਾਂ ਗੱਲ ਕੀਤੀ ਕਿ ਮਾਈਗ੍ਰੇਨ ਤੱਕ ਦੀ ਨੌਬਤ ਆ ਜਾਂਦੀ ਹੈ। ਤੁਹਾਨੂੰ ਅੱਖਾਂ 'ਚ ਦੇਖਣ 'ਚ ਪ੍ਰੋਬਲਮ ਆਉਂਦੀ, ਕਈਆਂ ਨੂੰ ਤਾਂ ਕੰਨਾਂ 'ਚ ਵੀ ਦਿੱਕਤ ਆਉਣੀ ਸ਼ੁਰੂ ਹੋ ਜਾਂਦੀ ਹੈ, ਆਵਾਜ਼ ਆਉਣਾ। ਇਹ ਵੀ ਸਰਵਾਈਕਲ ਦੇ ਨਾਲ ਰਿਲੇਟਡ ਹੈ। ਆਪਾਂ ਸੋਚਦੇ ਹਾਂ ਕਿ ਇਹ ਚੀਜ਼ ਅਲੱਗ ਹੈ, ਮਗਰ ਇਹਨੂੰ ਸਰਵਾਈਕਲ ਦੇ ਨਾਲ ਹੀ ਇਨਕਲੂਡ ਕੀਤਾ ਜਾ ਸਕਦਾ। ਸਰਵਾਈਕਲ ਤੇ ਮਾਈਗ੍ਰੇਨ ਦਾ ਇਲਾਜ ਇੱਕੋ ਢੰਗ ਨਾਲ ਕੀਤਾ ਜਾਂਦਾ ਹੈ? ਕੁਝ ਹੱਦ ਤੱਕ ਦੋਨਾਂ ਦਾ ਇਲਾਜ ਇੱਕੋ ਜੈਸਾ ਹੈ, ਹਾਂ। ਮਗਰ ਅਗਰ ਆਪਾਂ ਸਰਵਾਈਕਲ ਦੀ ਗੱਲ ਕਰੀਏ ਤਾਂ ਸਰਵਾਈਕਲ ਥੋੜ੍ਹਾ ਹੱਡੀ ਰੋਗ ਹੈ ਔਰ ਜਿਹੜਾ ਮਾਈਗ੍ਰੇਨ ਹੈ ਉਹ ਦਿਮਾਗੀ ਕਮਜ਼ੋਰੀ ਦਾ ਰੋਗ ਹੈ। ਦੋਨਾਂ ਦੀ ਕਮਜ਼ੋਰੀ ਦੋਨਾਂ 'ਚ ਹੀ ਹੈ, ਮਗਰ ਆਪਾਂ ਸਰਵਾਈਕਲ ਨੂੰ ਆਪਾਂ ਹੱਡੀ ਵੱਲ ਹੀ ਖਿੱਚ ਕੇ ਰੱਖੀਏ ਤਾਂ ਜ਼ਿਆਦਾ ਵਧੀਆ ਰਹਿੰਦਾ। ਸਰਵਾਈਕਲ 'ਚ ਆਪਾਂ ਜਿਵੇਂ ਐਕਸਰਸਾਈਜ਼ ਕਰੀਏ ਜਾਂ ਖਾਣ ਪਾਣ 'ਚ ਥੋੜ੍ਹਾ ਬਦਲਾਅ ਕਰੀਏ ਤਾਂ ਉਹਦੇ 'ਚ ਬਹੁਤ ਵਧੀਆ ਆਪਾਂ ਨੂੰ ਰਿਜ਼ਲਟ ਮਿਲ ਜਾਂਦਾ, ਮਗਰ ਮਾਈਗ੍ਰੇਨ 'ਚ ਇਹ ਨਹੀਂ ਆ ਸਕਦਾ। ਮਾਈਗ੍ਰੇਨ 'ਚ ਤੁਹਾਨੂੰ ਉਸ ਦਾ ਇਲਾਜ ਹੀ ਕਰਵਾਉਣਾ ਪਏਗਾ। ਉਹਦੇ 'ਚ ਕੋਈ ਐਕਸਰਸਾਈਜ਼ ਖਾਸ ਰੋਲ ਵਧੀਆ ਨਹੀਂ ਅਦਾ ਕਰ ਸਕਦੀ।
ਸਾਡੇ ਇੱਥੇ ਜਿਵੇਂ ਪੰਚਕਰਮਾ ਕਰਦੇ ਆ ਤਾਂ ਪੰਚਕਰਮਾ 'ਚ ਜਿਵੇਂ ਐਡਵਾਂਸ ਸਟੇਜ ਹੁੰਦੀ ਹੈ ਸਟਾਰਟਿੰਗ, ਜਿਵੇਂ ਅਗਰ ਆਪਾਂ ਇਹਨੂੰ ਸਟੇਜਾਂ 'ਚ ਕਨਵਰਟ ਕਰੀਏ ਤਾਂ 3 ਸਟੇਜਾਂ ਹੁੰਦੀਆਂ ਨੇ ਸਰਵਾਈਕਲ ਦੀਆਂ। ਪਹਿਲੀ ਸਟੇਜ 'ਚ ਸਿਰਫ ਗਰਦਨ 'ਚ ਅਕੜਨ ਆਉਂਦੀ ਹੈ, ਕਦੀ ਕਦੀ ਤੁਹਾਨੂੰ ਦਰਦ ਹੁੰਦਾ ਹੈ। ਦੂਸਰੀ ਸਟੇਜ 'ਚ ਤੁਹਾਨੂੰ ਲਗਾਤਾਰ ਦਰਦ ਰਹਿੰਦਾ ਹੈ, ਮਗਰ ਇਸ ਲੈਵਲ ਦਾ ਨਹੀਂ ਹੁੰਦਾ ਕਿ ਤੁਸੀਂ ਆਪਣਾ ਲਾਈਫ ਸਟਾਈਲ ਡਿਸਟਰਬ ਕਰ ਲਓ। ਹਾਂ, ਤੁਹਾਨੂੰ ਜਿਵੇਂ ਸਵੇਰੇ ਗਏ ਤੁਸੀਂ ਕੰਮ ਕੀਤਾ ਤਾਂ ਸ਼ਾਮ ਨੂੰ ਤੁਹਾਡੀ ਗਰਦਨ 'ਚ ਦਰਦ ਮਿਲਦਾ ਅਤੇ ਤੁਸੀਂ ਕਦੀ ਕਦੀ ਦਰਦ ਦੀ ਗੋਲੀ ਖਾਂਦੇ ਹੋ ਤਾਂ ਉਹ ਠੀਕ ਹੋ ਜਾਂਦਾ। ਲਾਸਟ ਸਟੇਜ 'ਚ ਕੀ ਹੁੰਦਾ ਹੈ ਕਿ ਲਾਸਟ ਸਟੇਜ ਤੁਹਾਡੀ ਐਸੀ ਹੈ ਕਿ ਉਹਦੇ 'ਚ ਦਰਦ ਬਹੁਤ ਜ਼ਿਆਦਾ ਹੁੰਦਾ ਅਤੇ ਉਹ ਬਿਨਾਂ ਦਵਾਈ ਤੋਂ, ਉਹ ਕਈ ਵਾਰੀ ਤਾਂ ਦਵਾਈ ਵੀ ਨਹੀਂ ਕੰਮ ਕਰਦੀ, ਐਸੀ ਸਟੇਜ ਆ ਜਾਂਦੀ ਹੈ। ਅਤੇ ਉਸ ਸਟੇਜ 'ਚ ਸਾਡੇ ਕੋਲ ਹੀ ਆਉਣਾ ਪਏਗਾ। ਪੰਚਕਰਮਾ ਰਾਹੀਂ ਇਹਦਾ ਪੱਕਾ ਇਲਾਜ ਮਿਲਦਾ। ਆਪਾਂ ਗਰੀਵਾ ਵਸਤੀ ਦਿੰਦੇ ਹਾਂ, ਜਿਹਦੇ 'ਚ ਕੀ ਹੁੰਦਾ ਕਿ ਗਰਦਨ ਦੀ ਜਿਹੜੀ ਨਸਾਂ 'ਚ ਸੋਜ ਆਈ ਹੁੰਦੀ ਹੈ ਉਹ ਹੌਲੀ ਹੌਲੀ ਘਟਦੀ ਜਾਂਦੀ ਹੈ ਅਤੇ ਨਸਾਂ ਖੁੱਲ੍ਹਦੀਆਂ। ਤੁਹਾਡੇ ਜਿਹੜੇ ਹੱਥ ਪੈਰ ਸੁੰਨ ਹੋ ਰਹੇ ਹੁੰਦੇ ਜਾਂ ਦਰਦ ਹੋ ਰਿਹਾ ਬਿਲਕੁਲ ਠੀਕ ਹੋ ਜਾਣੇ ਸ਼ੁਰੂ ਹੋ ਜਾਂਦੇ। ਕੁਝ ਦਵਾਈਆਂ ਵੀ ਆਯੁਰਵੇਦ 'ਚ ਨੇ ਜਿਨ੍ਹਾਂ ਨਾਲ ਆਪਾਂ ਇਸ ਚੀਜ਼ ਦਾ ਇਲਾਜ ਕਰ ਸਕਦੇ ਹਾਂ। ਇਹ ਦੇਖੋ ਮੇਰੇ ਹੱਥ 'ਚ ਤੁਸੀਂ ਇੱਕ ਅਸ਼ਵਗੰਧਾ ਦੀ ਟੈਬਲੇਟ ਹੈ। ਇਹ ਆਪਾਂ ਜਦੋਂ ਸ਼ੁਰੂਆਤੀ ਲੱਛਣ ਹੁੰਦੇ ਨੇ ਪਹਿਲੇ, ਜਿਵੇਂ ਮੈਂ ਗੱਲ ਕੀਤੀ ਕਿ ਪਹਿਲੀ ਸਟੇਜ, ਅਤੇ ਪਹਿਲੀ ਸਟੇਜ ਅਸ਼ਵਗੰਧਾ ਬਹੁਤ ਵਧੀਆ ਇੱਕ ਅਸਰ ਦਿਖਾਉਂਦੀ ਹੈ। ਜਿਵੇਂ ਤੁਸੀਂ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਪਹਿਲੇ ਦਿਨਾਂ 'ਚ ਹੀ, ਕੁਝ ਦਿਨਾਂ 'ਚ ਹੀ ਇਹਦਾ ਅਸਰ ਦਿਖਣ ਨੂੰ ਮਿਲਦਾ। ਅਗਲੀ ਦਵਾਈ ਜਿਵੇਂ ਮੈਂ ਮਹਾਰਾਸਨਾ ਦੀ ਕਾੜਾ, ਇਹ ਵੀ ਫਸਟ ਸਟੇਜ 'ਚ ਯੂਜ਼ ਹੁੰਦੀ ਹੈ। ਅਗਲੀ ਸਟੇਜ ਆ ਜਾਂਦੀ ਹੈ, ਉਹਦੇ 'ਚ ਅਸ਼ਵਗੰਧਾ ਕਾੜੇ ਦਾ ਵੀ ਇਸਤੇਮਾਲ ਹੋ ਜਾਂਦਾ ਸੈਕਿੰਡ ਸਟੇਜ 'ਚ। ਹੁਣ ਜਿਵੇਂ ਲਾਸਟ ਸਟੇਜ ਦੀ ਗੱਲ ਕੀਤੀ ਕਿ ਉਹਦੇ 'ਚ ਇਹ ਦਵਾਈਆਂ ਨਹੀਂ ਕੰਮ ਕਰ ਪਾਉਣਗੀਆਂ, ਕਾਰਨ ਕਿਉਂਕਿ ਇਹਨਾਂ ਦੀ ਤਾਸੀਰ ਗਰਮ ਹੁੰਦੀ ਹੈ। ਲਾਸਟ ਸਟੇਜ 'ਚ ਸਰੀਰ ਦੀ ਕਮਜ਼ੋਰੀ ਇਸ ਲੈਵਲ ਦੀ ਹੋ ਜਾਂਦੀ ਕਿ ਤੁਸੀਂ ਇਹਨਾਂ ਦਵਾਈਆਂ ਨੂੰ ਬਰਦਾਸ਼ਤ ਹੀ ਨਹੀਂ ਕਰ ਸਕਦੇ। ਉਸ ਲੈਵਲ 'ਚ ਆਪਾਂ ਨੂੰ ਇਹ ਬਲਾਰਿਸਟ, ਇਹਨਾਂ ਨੂੰ ਮੈਂ ਚੈਨਲ ਨੂੰ ਇੱਕ ਐਡਵਾਈਸ ਕਰੂੰਗਾ ਕਿ ਸ਼ਾਇਦ ਨੀਚੇ ਇੱਕ ਬਲਾਰਿਸਟ ਦਾ ਮੈਂਸ਼ਨ ਵੀ ਕਰ ਦੇਣ। ਇਹ ਸਰਵਾਈਕਲ ਦੀ ਬਹੁਤ ਵਧੀਆ ਦਵਾਈ ਹੈ। ਆਉਣ ਵਾਲੇ ਟਾਈਮ 'ਚ ਅਗਰ ਇਸ ਦਾ ਇਸਤੇਮਾਲ ਕੋਈ ਪੇਸ਼ੈਂਟ ਕਰਦਾ ਹੈ ਤਾਂ ਸਰਵਾਈਕਲ 'ਚ ਉਹਨੂੰ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ, ਚਾਹੇ ਉਹ ਥਰਡ ਸਟੇਜ ਹੈ ਚਾਹੇ ਉਹ ਫਸਟ ਸਟੇਜ ਹੈ। ਮੈਂ ਆਪਣੀ ਪ੍ਰੈਕਟਿਸ ਥਰਡ ਸਟੇਜ 'ਚ ਵੀ ਇਹ ਬਲਾਰਿਸ ਦਾ ਰਿਜ਼ਲਟ ਦੇਖਿਆ ਔਰ ਕੁਝ ਹੀ ਦਿਨਾਂ 'ਚ ਪੇਸ਼ੈਂਟ ਬਿਲਕੁਲ ਤਰ੍ਹਾਂ ਸਵਸਥ ਹੋ ਜਾਂਦਾ ਹੈ ਔਰ ਆਪਰੇਸ਼ਨ ਤੱਕ ਦੀ ਨੌਬਤ ਵੀ ਕਈਆਂ ਨੂੰ ਆਉਂਦੀ ਹੈ ਤਾਂ ਉਹ ਵੀ ਠੀਕ ਹੋ ਜਾਂਦੀ ਹੈ। ਡਾਕਟਰ ਸਾਹਿਬ, ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿ ਇਸ ਬਿਮਾਰੀ ਨੂੰ ਆਉਣ ਤੋਂ ਪਹਿਲਾਂ ਹੀ ਕਿਸ ਤਰ੍ਹਾਂ ਰੋਕਿਆ ਜਾ ਸਕਦਾ ਹੈ? ਬਹੁਤ ਵਧੀਆ ਕੁਐਸਚਨ ਹੈ ਜੀ। ਸਾਰਿਆਂ ਨੂੰ ਚਾਹੀਦਾ ਹੈ ਕਿ ਆਪਣੀ ਸਵਸਥ ਦੀ ਰੱਖਿਆ ਕਰਨ ਅਤੇ ਸਿਹਤ ਨੂੰ ਸੰਭਾਲ ਕੇ ਰੱਖਣ, ਅਤੇ ਉਸ ਵਾਸਤੇ 2 ਚੀਜ਼ਾਂ ਬਹੁਤ ਜ਼ਰੂਰੀ ਨੇ। ਜਿਵੇਂ ਇੱਕ ਤਾਂ ਖਾਣ ਪਾਣ ਸੁਧਾਰਨ, ਰਹਿਣ ਸਹਿਣ ਸੁਧਾਰਨ। ਨੋ ਡਾਊਟ ਕਿ ਆਪਣਾ ਮਜਬੂਰੀ ਹੈ ਕਿ ਆਪਾਂ ਆਫਿਸ 'ਚ ਜਾ ਕੇ ਬੈਠਣਾ, ਕੰਮ ਕਰਨਾ, ਆਪਣਾ ਕੰਮ ਹੀ ਸੀਟਿੰਗ ਵਾਲਾ ਹੋ ਚੁੱਕਾ ਹੈ, ਮਗਰ ਆਪਣੇ ਦਿਨਚਰਿਆ 'ਚ ਕਸਰਤ ਨੂੰ ਬਹੁਤ ਟਾਈਮ ਦੇਣ। ਯੋਗ ਇੱਕ ਬਹੁਤ ਜ਼ਰੂਰੀ ਚੀਜ਼ ਹੈ। ਯੋਗ ਆਯੁਰਵੇਦ ਦਾ ਇੱਕ ਬਹੁਤ ਹੀ ਇੱਕ ਮੁੱਖ ਅੰਗ ਬਣਿਆ ਹੋਇਆ। ਅਗਰ ਆਪਾਂ ਉਹਦਾ ਇਸਤੇਮਾਲ ਕਰਾਂਗੇ, ਦਵਾਈ ਨਾਲ ਲਵਾਂਗੇ ਤਾਂ ਆਪਾਂ ਇਸ ਬਿਮਾਰੀ ਨੂੰ ਜੜੋਂ ਖਤਮ ਕਰ ਸਕਦੇ ਹਾਂ। ਸੋ ਕਿਸ ਤਰ੍ਹਾਂ ਡਾਕਟਰ ਸਾਹਿਬ ਨੇ ਸਰਵਾਈਕਲ ਬਾਰੇ ਦੱਸਿਆ ਕਿ ਉਸ ਦੀਆਂ ਬਿਮਾਰੀਆਂ ਬਾਰੇ ਦੱਸਿਆ ਕਿ ਉਸ ਨੂੰ ਕਿਵੇਂ ਖਤਮ ਕੀਤਾ ਜਾ ਸਕਦਾ ਹੈ, ਉਹ ਦਵਾਈਆਂ ਦੱਸੀਆਂ। ਸੋ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਸੋ ਜਾਂਦੇ ਜਾਂਦੇ ਅਸੀਂ ਦਰਸ਼ਕਾਂ ਨੂੰ ਇਹੀ ਕਹਾਂਗੇ ਕਿ ਸਾਡੇ ਚੈਨਲ ਨੂੰ ਲਾਈਕ, ਸਬਸਕ੍ਰਾਈਬ ਅਤੇ ਸ਼ੇਅਰ ਜ਼ਰੂਰ ਕਰੋ। ਧੰਨਵਾਦ।